ਹੈਲੋ ਹੈਲੋ ਸਟੂਡੈਂਟਸ, ਸਾਡਾ ਨੈਕਸਟ ਟੌਪਿਕ ਹੈਗਾ ਆ ਪੋਇਜ਼ਨ ਰੇਸ਼ੀਓ। ਠੀਕ ਹੈ ਜੀ, ਲਾਸਟ ਟਾਈਮ ਆਪਾਂ ਲੌਂਗੀਟਿਊਡਨਲ ਸਟ੍ਰੇਨ ਅਤੇ ਲੇਟਰ ਸਟ੍ਰੇਨ ਬਾਰੇ ਪੜ੍ਹਿਆ ਸੀਗਾ ਅਤੇ ਜਦੋਂ ਸਾਨੂੰ ਦੋਨਾਂ ਦੀ ਵੈਲਿਊ ਮਿਲ ਗਈ, ਦੋਨਾਂ ਦੀ ਰੇਸ਼ੀਓ ਨੂੰ ਆਪਾਂ ਕੀ ਕਹਿੰਦੇ ਪਏ ਹਾਂ, ਪੋਇਜ਼ਨ ਰੇਸ਼ੀਓ ਕਹਿੰਦੇ ਪਏ ਹਾਂ। ਜੇ ਲੇਟਰ ਸਟ੍ਰੇਨ ਨੂੰ ਆਪਾਂ ਡਿਵਾਈਡ ਕਰਦੇ ਪਏ ਹਾਂ ਲੌਂਗੀਟਿਊਡਨਲ ਸਟ੍ਰੇਨ ਦੇ ਨਾਲ, ਠੀਕ ਹੈ, ਦੋਹਾਂ ਦੀ ਰੇਸ਼ੀਓ ਨੂੰ ਆਪਾਂ ਪੋਇਜ਼ਨ ਰੇਸ਼ੀਓ ਕਹਿੰਦੇ ਹਾਂ। ਠੀਕ ਹੈ ਜੀ, ਇਹ ਵੀ ਆਪ ਸਾਨੂੰ ਨੂਮੈਰੀਕਲ ਦੇ ਵਿੱਚ ਲੋੜ ਪੈ ਸਕਦੀ ਆ। ਠੀਕ ਆ, ਸੋ ਇਹਦੇ ਹੁਣ ਸਟ੍ਰੇਨ ਦੇ ਕੋਈ ਯੂਨਿਟ ਨਹੀਂ ਹੁੰਦੇ। ਠੀਕ ਆ, ਸੋ ਪੋਇਜ਼ਨ ਰੇਸ਼ੀਓ ਦੇ ਵੀ ਕੋਈ ਇਸ ਤਰੀਕੇ ਨਾਲ ਯੂਨਿਟ ਨਹੀਂ ਹੈਗੇ। ਠੀਕ ਆ ਜੀ, ਸੋ ਕੁਝ ਕੁ ਬੇਸਿਕਸ ਪ੍ਰੋਪਰਟੀਜ਼ ਹੈਗੀਆਂ ਜੋ ਆਪਾਂ ਪਿਛਲੇ ਸਬਜੈਕਟਸ 'ਚ ਵੀ ਪੜ੍ਹੀਆਂ ਹੈ। ਠੀਕ ਆ, ਜਿੱਦਾਂ ਪੇਪਰ ਦੇ ਵਿੱਚ ਪੁੱਛ ਵੀ ਸਕਦੇ ਆ। ਸਟਰੈਂਥ, ਇਲਾਸਟੀਸਿਟੀ, ਪਲਾਸਟੀਸਿਟੀ, ਡਕਟੀਲਿਟੀ, ਬ੍ਰਿਟਲਨੈਸ, ਮੈਲੇਬਿਲਿਟੀ, ਟਫਨੈਸ, ਹਾਰਡਨੈਸ। ਠੀਕ ਆ ਜੀ, ਇਹ ਉਹੀ ਆਪਾਂ ਜੋ ਪਿੱਛੇ ਪੜ੍ਹਦੇ ਆ ਰਹੇ ਹਾਂ। ਠੀਕ ਆ ਜੀ, ਕੁਝ ਕੁ ਪ੍ਰੋਪਰਟੀਆਂ ਹੈਗੀਆਂ ਮਕੈਨੀਕਲ ਪ੍ਰੋਪਰਟੀ ਮਟੀਰੀਅਲ ਦੀਆਂ। ਠੀਕ ਆ ਜੀ, ਸੋ ਥੋੜ੍ਹਾ ਜਿਹਾ ਰਿਵਾਈਜ਼ ਕਰ ਦਿੰਦੇ ਹਾਂ। ਚਲੋ, ਸਟਰੈਂਥ ਕੀ ਹੈਗੀ ਆ? ਠੀਕ ਆ ਜੀ, ਉਹ ਪ੍ਰੋਪਰਟੀ ਆ ਮਟੀਰੀਅਲ ਦੀ ਜਿਹੜੀ ਕਿ ਜੋ ਐਕਸਟਰਨਲ ਫੋਰਸ ਲੱਗਦੀਆਂ ਪਈਆਂ ਆ ਕਿਸੇ ਮਟੀਰੀਅਲ ਦੇ ਉੱਤੇ, ਉਹਨੂੰ ਰਜਿਸਟ ਕਰਦੀ ਆ। ਠੀਕ ਆ ਜੀ, ਜਿੰਨੀ ਜ਼ਿਆਦਾ ਰਜਿਸਟ ਕਰ ਸਕਦੀ ਆ ਉਨੀ ਆਪਾਂ ਕਹਿ ਸਕਦੇ ਹਾਂ ਉਸ ਮਟੀਰੀਅਲ ਦੇ ਵਿੱਚ ਸਟਰੈਂਥ ਜ਼ਿਆਦਾ ਆ। ਠੀਕ ਆ ਜੀ, ਜਿੰਨੀ ਘੱਟ ਰਜਿਸਟ ਕਰੂਗੀ ਐਕਸਟਰਨਲ ਫੋਰਸ ਨੂੰ, ਠੀਕ ਆ ਜੀ, ਬ੍ਰੇਕ ਹੋ ਜਾਊਗਾ, ਕਰੈਕ ਹੋ ਜਾਊਗਾ, ਰਪਚਰ ਆ ਜਾਣਗੇ ਉਹਦੇ ਵਿੱਚ, ਤਾਂ ਉਹ ਕੀ ਉਹਦੀ ਸਟਰੈਂਥ ਕੀ ਆ, ਘੱਟ ਹੋਊਗੀ। ਠੀਕ ਆ ਜੀ, ਇਲਾਸਟੀਸਿਟੀ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ, ਜਿਹੜੀ ਓਰੀਜਨਲ ਪੋਜੀਸ਼ਨ ਰੀਗੇਨ ਕਰ ਲੈਂਦੀ ਆ ਜਦੋਂ ਆਪਾਂ ਫੋਰਸਿਸ ਨੂੰ ਰਿਮੂਵ ਕਰਦੇ ਹਾਂ। ਠੀਕ ਆ, ਉਹਨੂੰ ਇਲਾਸਟੀਸਿਟੀ ਕਹਿ ਦਿੰਦੇ ਹਾਂ। ਪਲਾਸਟੀਸਿਟੀ, ਜੇ ਆਪਣੀ ਓਰੀਜਨਲ ਪੋਜੀਸ਼ਨ ਨੂੰ ਰੀਗੇਨ ਨਾ ਕਰ ਪਾਵੇ ਤਾਂ ਉਸ ਨੂੰ ਆਪਾਂ ਪਲਾਸਟੀਸਿਟੀ ਕਹਿੰਦੇ ਹਾਂ। ਠੀਕ ਆ ਜੀ, ਸੋ ਡਕਟੀਲਿਟੀ ਕੀ ਆ? ਡਕਟੀਲਿਟੀ ਉਹ ਮਟੀਰੀਅਲ ਦੀ ਪ੍ਰੋਪਰਟੀ ਹੈਗੀ ਆ ਜਦੋਂ ਆਪਾਂ ਕਿਸੇ ਮਟੀਰੀਅਲ ਨੂੰ ਇਲੋਂਗੇਟ ਕਰਦੇ ਹਾਂ, ਖਿੱਚਦੇ ਹਾਂ, ਸਟਰੈਚ ਕਰਦੇ ਹਾਂ। ਠੀਕ ਆ ਜੀ, ਸਟਰੈਚ ਕਰਨ ਤੋਂ ਬਾਅਦ ਕਈ ਮਟੀਰੀਅਲਸ ਇੱਦਾਂ ਦੇ ਹੁੰਦੇ ਆ ਜਿਹੜੇ ਕੀ ਆ ਇਲੋਂਗੇਟ ਜ਼ਿਆਦਾ ਨਹੀਂ ਹੁੰਦੇ। ਠੀਕ ਆ ਜੀ, ਕਰੈਕ ਹੋ ਜਾਂਦੇ ਆ। ਕੁਛ ਮਟੀਰੀਅਲ ਇੱਦਾਂ ਦੇ ਹੁੰਦੇ ਆ ਕਿ ਉਹ ਖਿੱਚਣ ਤੋਂ ਬਾਅਦ, ਸਟਰੈਚ ਕਰਨ ਤੋਂ ਬਾਅਦ ਇਲੋਂਗੇਟ ਹੁੰਦੇ ਹੀ ਰਹਿੰਦੇ ਆ। ਠੀਕ ਆ ਜੀ, ਸੋ ਉਹ ਵਾਲੀ ਪ੍ਰੋਪਰਟੀ ਮਟੀਰੀਅਲ ਦੀ ਜਿਹੜੀ ਕਿ ਮਟੀਰੀਅਲ ਈਜ਼ਲੀ ਇਲੋਂਗੇਟ ਹੋ ਪਾਏ। ਠੀਕ ਆ ਜੀ, ਇਲੋਂਗੇਟ ਹੋ ਪਾਏ ਪਰ ਉਹਦੇ ਵਿੱਚ ਕੋਈ ਕਰੈਕਸ ਨਾ ਆਉਣ। ਠੀਕ ਆ ਜੀ, ਰਪਚਰ ਨਾ ਹੋਵੇ ਮਟੀਰੀਅਲ, ਇੱਦਾਂ ਦੀ ਜਿਹੜੀ ਪ੍ਰੋਪਰਟੀ ਆ ਉਸ ਨੂੰ ਆਪਾਂ ਕੀ ਕਹਿੰਦੇ ਆ, ਡਕਟੀਲਿਟੀ। ਠੀਕ ਆ ਜੀ, ਨੈਕਸਟ ਆ ਗਿਆ ਬ੍ਰਿਟਲਨੈਸ। ਬ੍ਰਿਟਲਨੈਸ ਕੀ ਆ? ਜਿਸ ਮਟੀਰੀਅਲ ਦੇ ਵਿੱਚ ਡਕਟੀਲਿਟੀ ਬਹੁਤ ਘੱਟ ਹੁੰਦੀ ਆ, ਜਾਂ ਆਪਾਂ ਕਹਿ ਸਕਦੇ ਹਾਂ ਜੋ ਮਟੀਰੀਅਲ ਬਹੁਤ ਹੀ ਲਿਟਲ ਡਿਫੋਰਮ ਕਰਦੇ ਆ, ਜਿੱਦਾਂ ਗਲਾਸ ਹੋ ਗਿਆ। ਅਸੀਂ ਇਹ ਨਹੀਂ ਕਹਾਂਗੇ ਗਲਾਸ ਰਿਜਿਡ ਆ, ਰਿਜਿਡ ਕੋਈ ਮਟੀਰੀਅਲ ਨਹੀਂ ਹੁੰਦਾ। ਠੀਕ ਆ ਜੀ, ਥੋੜ੍ਹੀ ਜਿਹੀ ਵੀ ਜੇ ਡਿਫੋਰਮੇਸ਼ਨ ਹੁੰਦੀ ਪਈ ਆ, ਥੋੜ੍ਹੀ ਜਿਹੀ ਵੀ ਜੇ ਮਟੀਰੀਅਲ ਜਿੰਨਾ ਮਰਜ਼ੀ ਹਾਰਡ ਹੋਵੇ ਉਹਦੇ ਵਿੱਚ ਥੋੜ੍ਹੀ ਉਹਦੇ ਵਿੱਚ ਡਿਫੋਰਮੇਸ਼ਨ ਹੁੰਦੀ ਆ। ਠੀਕ ਆ ਜੀ, ਸੋ ਜਿਹੜਾ ਮਟੀਰੀਅਲ ਜਿਸ ਦੇ ਵਿੱਚ ਡਿਫੋਰਮੇਸ਼ਨ ਬਹੁਤ ਘੱਟ ਹੁੰਦੀ ਆ, ਬਹੁਤ ਹੀ ਘੱਟ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਬ੍ਰਿਟਲ ਮਟੀਰੀਅਲਸ। ਠੀਕ ਆ, ਜਿਵੇਂ ਸੀਮੈਂਟ ਹੋ ਗਿਆ। ਠੀਕ ਆ, ਇਸ ਤਰੀਕੇ ਨਾਲ ਆਪ ਗਲਾਸ ਹੋ ਗਿਆ। ਠੀਕ ਆ, ਸੋ ਇੱਦਾਂ ਦੀਆਂ ਜਿਹੜੇ ਮਟੀਰੀਅਲਸ ਹੈਗੇ ਇਹਨੂੰ ਆਪਾਂ ਕਿਸ ਕੈਟਾਗਰੀ 'ਚ ਮੰਨਦੇ ਹਾਂ? ਬ੍ਰਿਟਲ ਮਟੀਰੀਅਲ ਦੇ ਵਿੱਚ ਮੰਨਦੇ ਹਾਂ। ਠੀਕ ਆ ਜੀ, ਸੋ ਜਿੰਨਾ ਲਿਟਲ ਡਿਫੋਰਮ ਕਰੂਗਾ ਉਨੀ ਉਹਦੇ ਵਿੱਚ ਬ੍ਰਿਟਲਨੈਸ ਜ਼ਿਆਦਾ ਹੋਊਗੀ। ਠੀਕ ਆ, ਜਿੰਨਾ ਈਜ਼ਲੀ ਡਿਫੋਰਮ ਕਰ ਜਾਏਗਾ ਉਹ 'ਚ ਬ੍ਰਿਟਲਨੈਸ ਘੱਟ ਹੋਊਗੀ। ਠੀਕ ਆ, ਸੋ ਲੈਕ ਆਫ ਡਕਟੀਲਿਟੀ ਨੂੰ ਆਪਾਂ ਕੀ ਕਹਿੰਦੇ ਹਾਂ? ਬ੍ਰਿਟਲਨੈਸ। ਆਫਕੋਰਸ ਜਿਹੜਾ ਮਟੀਰੀਅਲ ਡਕਟਾਈਲ ਆ, ਠੀਕ ਆ, ਤਾਂ ਉਹ ਇਟ ਮੀਨਸ ਕੀ ਆ, ਉਹ ਸੋਫਟ ਆ, ਉਹ ਈਜ਼ਲੀ ਡਿਫੋਰਮ ਕਰ ਰਿਹਾ ਆ। ਅਤੇ ਜਿਹੜਾ ਮਟੀਰੀਅਲ ਜਿਸ ਮਟੀਰੀਅਲ ਦੇ ਵਿੱਚ ਲੈਕ ਆਫ ਡਕਟੀਲਿਟੀ ਆ, ਮਤਲਬ ਉਹ 'ਚ ਲੈਕ ਆਫ ਡਿਫੋਰਮ ਨਹੀਂ ਕਰ ਰਿਹਾ, ਉਹ ਮਤਲਬ ਉਹ 'ਚ ਡਿਫੋਰਮੇਸ਼ਨ ਬਹੁਤ ਘੱਟ ਹੋ ਰਹੀ ਹੈ, ਉਹ ਫਿਰ ਬ੍ਰਿਟਲ ਮਟੀਰੀਅਲ ਆ ਜਾਂਦਾ। ਠੀਕ ਆ ਜੀ, ਸੋ ਨੈਕਸਟ ਇਜ਼ ਮੈਲੇਬਿਲਿਟੀ। ਮੈਲੇਬਿਲਿਟੀ ਕੀ ਆ? ਕਿ ਕੋਈ ਮਟੀਰੀਅਲ ਆ, ਉਹਨੂੰ ਮੈਂ ਕੀ ਕਰਦਾ ਪਿਆ? ਕੰਪਰੈਸ ਕਰ ਰਿਹਾ ਹਾਂ। ਠੀਕ ਆ ਜੀ, ਕੰਪਰੈਸਿਵ ਫੋਰਸਿਸ ਉਹਦੇ ਉੱਪਰ ਲੱਗਦੇ ਪਈਆਂ। ਜਦੋਂ ਕੰਪਰੈਸ ਕਰਦਾ ਪਿਆ ਆ, ਠੀਕ ਆ, ਤਾਂ ਉਸ ਤੋਂ ਬਾਅਦ ਉਹ ਮਟੀਰੀਅਲ ਕੀ ਆ, ਉਸ ਜੋ ਮੇਰਾ ਕੰਪਰੈਸਿਵ ਫੋਰਸ ਆ ਉਹਨਾਂ ਨੂੰ ਬੀਅਰ ਕਰ ਪਾ ਰਿਹਾ, ਉਹਨੂੰ ਰਜਿਸਟ ਕਰ ਪਾ ਰਿਹਾ ਆ। ਮਤਲਬ ਕੀ ਆ, ਉਹ ਜਿੱਦਾਂ ਆਪਾਂ ਸ਼ੀਟਸ ਆ, ਆਪਾਂ ਦੇਖਦੇ ਹਾਂ ਸ਼ੀਟਸ ਆ। ਠੀਕ ਆ, ਸ਼ੀਟਸ ਕਿੱਦਾਂ ਬਣਾਉਂਦੇ ਹਾਂ ਆਪਾਂ? ਸਟੀਲ ਦੀਆਂ ਸ਼ੀਟਸ ਬਣਾਉਂਦੇ ਪਏ ਹਾਂ। ਉਹ ਸ਼ੀਟਸ ਕਿਸ ਤਰ੍ਹਾਂ ਬਣਦੀਆਂ ਆ? ਜੇ ਆਪਾਂ ਉਹਨੂੰ ਕੰਪਰੈਸ ਕਰਾਂਗੇ ਉਹ ਸ਼ੀਟਸ ਜਨਰੇਟ ਹੁੰਦੀਆਂ, ਪਰ ਉਹਨਾਂ ਵਿੱਚ ਕੋਈ ਕਰੈਕ ਨਹੀਂ ਹੁੰਦਾ, ਉਹਨਾਂ ਵਿੱਚ ਕੋਈ ਰਪਚਰ ਨਹੀਂ ਆਉਂਦਾ। ਠੀਕ ਆ ਜੀ, ਉਹ ਮਟੀਰੀਅਲ ਦੀ ਪ੍ਰੋਪਰਟੀ ਜਿਹੜੇ ਕੀ ਹੈ ਕੰਪਰੈਸਿਵ ਫੋਰਸ ਦੇ ਵਿਦਸਟੈਂਡ ਕਰ ਜਾਵੇ, ਉਹਨੂੰ ਬੀਅਰ ਕਰ ਲਵੇ। ਠੀਕ ਆ ਜੀ, ਵਿਦਾਊਟ ਰਪਚਰ। ਠੀਕ ਆ, ਉਹ ਵਿਦਸਟੈਂਡ ਕਰ ਪਾਏ। ਠੀਕ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਮੈਲੇਬਿਲਿਟੀ। ਉਸ ਪ੍ਰੋਪਰਟੀ ਨੂੰ ਕੀ ਕਹਿੰਦੇ ਆਪਾਂ? ਮੈਲੇਬਿਲਿਟੀ। ਸੋ ਨੈਕਸਟ ਇਜ਼ ਟਫਨੈਸ। ਟਫਨੈਸ ਕੀ ਹੈਗੀ ਆ? ਟਫਨੈਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੋਈ ਵੀ ਮਟੀਰੀਅਲ ਆ ਕਿ ਉਹਦੇ ਉੱਪਰ ਆਪਾਂ ਕੋਈ ਸਡਨ ਫੋਰਸ ਅਪਲਾਈ ਕਰਦੇ ਪਏ ਹਾਂ। ਠੀਕ ਆ, ਕੋਈ ਸਡਨ ਫੋਰਸ ਅਪਲਾਈ, ਫਲਕਚੁਏਸ਼ਨਸ ਹੋ ਰਹੀਆਂ, ਸਡਨ ਫੋਰਸ ਅਪਲਾਈ ਕਰਦੇ ਪਿਆ, ਉਸ ਫੋਰਸ 'ਤੇ ਉਹ ਵਿਦਸਟੈਂਡ ਕਰਦਾ ਪਿਆ ਹੈ। ਜਿੱਦਾਂ ਵਾਲ ਆ, ਵਾਲ ਦੇ ਉੱਪਰ ਮੈਂ ਕੀ ਆ, ਕੋਈ ਸਡਨ ਫੋਰਸ ਹੈਮਰ ਅਪਲਾਈ ਕੀਤਾ,
ठीक है जी। हुण की आ वाल दे उत्ते कोई क्रैक नहीं आ रहे, जे वाल दे उत्ते कोई क्रैक नहीं आ रहे, मेरे सडन फोर्स लगान ते भी मतलब इंपैक्ट मतलब हैमर मैं एक की आ साडा सडन इंपैक्ट आ, ठीक है जी। वो सडन इंपैक्ट आ मतलब कि ਉਹਨੂੰ ਆਪਾਂ ਬਹੁਤ ਹੀ ਫੋਰਸ ਦੇ ਨਾਲ ਜੇ ਆਪਾਂ ਉਹਦੇ ਉੱਪਰ ਮਟੀਰੀਅਲ ਦੇ ਉੱਪਰ ਸਡਨ ਇੰਪੈਕਟ ਪਾਉਂਦੇ ਹਾਂ ਤਾਂ ਫਿਰ ਉਹ ਮਟੀਰੀਅਲ ਜਿਹੜਾ ਜਿਸ ਮਟੀਰੀਅਲ ਦੇ ਉੱਪਰ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ ਜੋ ਉਸ ਫੋਰਸ ਤੇ ਵਿਦਸਟੈਂਡ ਕਰ ਜਾਵੇ, ਮਤਲਬ ਉਹਦੇ ਵਿੱਚ ਕੋਈ ਕਰੈਕਸ ਨਾ ਆਉਣ, ਤਾਂ ਆਪਾਂ ਉਹ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਟੀਰੀਅਲ ਆ ਉਹ ਕੀ ਆ, ਟਫ ਮਟੀਰੀਅਲ ਆ, ਉਹਦੇ ਵਿੱਚ ਟਫਨੈਸ ਕੀ ਆ, ਜ਼ਿਆਦਾ ਆ, ਠੀਕ ਆ ਜੀ। ਇੱਕ ਇਹ ਵੀ ਡੈਫੀਨੇਸ਼ਨ ਦਿੰਦੇ ਹਾਂ ਆਪਾਂ ਕਿ ਉਹ ਮਟੀਰੀਅਲ ਜਿਹੜੀ ਕੀ ਆ, ਜਿਹੜੀ ਐਕਸਟਰਨਲ ਫੋਰਸ ਆ, ਐਕਸਟਰਨਲ ਐਨਰਜੀ ਆ, ਜਿੱਦਾਂ ਹੁਣ ਜੇ ਮੈਂ ਕਿਸੇ ਚੀਜ਼ ਦੇ ਉੱਤੇ ਕੋਈ ਫੋਰਸ ਅਪਲਾਈ ਕਰਦਾ, ਮੈਂ ਇਟ ਮੀਨਸ ਕੀ ਆ, ਉਹਦੇ ਉੱਪਰ ਕੋਈ ਇੰਪੈਕਟ ਪਾ ਰਿਹਾ ਆ, ਠੀਕ ਆ, ਇੰਪੈਕਟ ਪਾ ਰਿਹਾ ਆ, ਫੋਰਸ ਅਪਲਾਈ ਕਰ ਰਿਹਾ ਆ, ਫਿਰ ਕੀ ਆ ਆਪਾਂ ਇਹ ਦੇਖਦੇ ਹਾਂ ਕਿ ਉਹ ਜਿਹੜਾ ਮਟੀਰੀਅਲ ਆ, ਉਹ ਜਿਹੜੀ ਐਨਰਜੀ, ਜਿੱਦਾਂ ਹੁਣ ਕਨੈਟਿਕ ਐਨਰਜੀ ਆ, ਪੋਟੈਂਸ਼ੀਅਲ ਐਨਰਜੀ ਪੜ੍ਹੇ ਆਪਾਂ, ਠੀਕ। ਕਨੈਟਿਕ ਐਨਰਜੀ ਕੀ ਹੁੰਦੀ ਆ, ਜਿਹੜੀ ਕਿ ਫਲੋ ਦੇ ਵਿੱਚ ਆ। ਹੁਣ ਜੇ ਮੈਂ ਕਿਸੇ ਮਟੀਰੀਅਲ ਦੇ ਉੱਪਰ ਕੋਈ ਫੋਰਸ ਅਪਲਾਈ ਕਰਦਾ ਪਿਆ ਆ, ਠੀਕ ਆ, ਹੁਣ ਫੋਰਸ ਅਪਲਾਈ ਕਰਦਾ ਪਿਆ ਆ, ਤਾਂ ਜਿੱਦਾਂ ਹੈਮਰ ਦੀ ਗੱਲ ਹੀ ਕਰਦਾ ਪਿਆ, ਵਾਲ ਦੇ ਉੱਪਰ ਹੈਮਰ ਅਪਲਾਈ ਫੋਰਸ ਮਤਲਬ ਹੈਮਰ ਉਹਦੇ ਉੱਪਰ ਸਟਰਾਈਕ ਕਰਦਾ ਪਿਆ ਆ, ਤਾਂ ਆਪਾਂ ਦੇਖਦੇ ਪਏ ਹਾਂ ਕਿ ਜਿਹੜੀ ਉਹਦੀ ਜੋ ਉਹਦੀ ਕਨੈਟਿਕ ਐਨਰਜੀ ਆ, ਉਹ ਵਾਲ ਦੇ ਵਿੱਚ ਐਨਰਜੀ ਟਰਾਂਸਫਰ ਹੋ ਜਾਏਗੀ, ਠੀਕ ਆ ਜੀ। ਹੁਣ ਜੇ ਤਾਂ ਜਿੱਦਾਂ ਵਾਲ ਆ, ਉਸ ਮਟੀਰੀਅਲ ਨੇ ਉਹ ਐਨਰਜੀ ਨੂੰ ਕੀ ਕਰ ਲਿਆ, ਅਬਜ਼ੋਰਵ ਕਰ ਲਿਆ ਆਪਣੇ ਅੰਦਰ, ਠੀਕ ਹੈ ਨਾ। ਜਿਹੜੀ ਉਹ ਕਨੈਟਿਕ ਐਨਰਜੀ, ਹੈਮਰ ਦੀ ਜਿਹੜੀ ਕਨੈਟਿਕ ਐਨਰਜੀ ਆ, ਉਹ ਵਾਲ ਨੇ ਕੀ ਕੀਤਾ, ਉਸ ਨੂੰ ਕੀ ਕੀਤਾ, ਆਪਣੇ ਅੰਦਰ ਅਬਜ਼ੋਰਬ ਕਰ ਲਿਆ, ਠੀਕ ਆ। ਬਟ ਵਾਲ ਦੇ ਉੱਤੇ ਕੋਈ ਇਫੈਕਟ ਨਹੀਂ ਪਿਆ, ਮਤਲਬ ਕਿ ਵਾਲ ਦੇ ਵਿੱਚ ਕੋਈ ਕਰੈਕਸ ਨਹੀਂ ਆਏ, ਮਤਲਬ ਮੈਕਸਿਮਮ ਐਨਰਜੀ ਜੇ ਉਹ ਕਿੰਨੀ ਐਨਰਜੀ ਉਹ ਅਬਜ਼ੋਰਬ ਕਰ ਸਕਦਾ ਆ, ਠੀਕ ਆ, ਵਿਦਾਊਟ ਰਪਚਰ। ਕੋਈ ਉਹਦੇ ਵਿੱਚ ਕਰੈਕ ਨਹੀਂ ਆਉਣਾ ਚਾਹੀਦਾ, ਕੋਈ ਉਹਦੇ ਵਿੱਚ, ਠੀਕ ਆ ਜੀ, ਕੋਈ ਡੈਮੇਜ ਨਹੀਂ ਹੋਣਾ ਚਾਹੀਦਾ। ਤਾਂ ਉਸ ਪ੍ਰੋਪਰਟੀ ਨੂੰ ਕੀ ਆਪਾਂ ਕੀ ਕਹਿੰਦੇ ਹਾਂ, ਟਫਨੈਸ। ਇਹਨੂੰ ਵੀ ਆਪਾਂ ਟਫਨੈਸ ਇੱਦਾਂ ਵੀ ਆਪਾਂ ਡਿਫਾਈਨ ਕਰਦੇ ਹਾਂ ਕਿ ਕਿੰਨੀ ਐਨਰਜੀ ਉਹ ਅਬਜ਼ੋਰਬ ਕਰ ਸਕਦਾ, ਐਕਸਟਰਨਲ ਜਿਹੜੀ ਫੋਰਸ ਆਪਾਂ ਅਪਲਾਈ ਕਰਦੇ ਪਏ ਹਾਂ, ਇੰਪੈਕਟ ਅਪਲਾਈ ਕਰਦੇ ਪਏ ਹਾਂ, ਜਿਹੜਾ ਉਹ ਕਿੰਨਾ ਉਸ ਨੂੰ ਸਹਿਣ ਕਰ ਸਕਦਾ ਹੈ, ਠੀਕ ਆ ਜੀ। ਉਹਨੂੰ ਉਸ ਮਟੀਰੀਅਲ ਨੂੰ ਆਪਾਂ ਕੀ ਕਹਿੰਦੇ ਹਾਂ, ਟਫ ਮਟੀਰੀਅਲ। ਜੇ ਤਾਂ ਸਹਿਣ ਕਰ ਜਾਵੇ, ਜੇ ਨਾ ਕਰ ਪਾਏ ਇੰਪੈਕਟ ਨੂੰ, ਜੋ ਇੰਪੈਕਟ ਪਾ ਰਹੇ ਆ ਉਸ ਮਟੀਰੀਅਲ ਦੇ ਉੱਤੇ, ਉਸ ਨੂੰ ਸਹਿਣ ਨਾ ਕਰ ਪਾਏ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਹਦੀ ਟਫਨੈਸ ਕੀ ਆ, ਘੱਟ, ਠੀਕ ਹੈ ਜੀ। ਇਸੇ ਤਰੀਕੇ ਨਾਲ ਆ ਗਿਆ ਹਾਰਡਨੈਸ। ਹਾਰਡਨੈਸ ਕੀ ਹੈਗੀ ਆ, ਠੀਕ ਆ, ਜਿੱਦਾਂ ਕੋਈ ਮਟੀਰੀਅਲ ਆ, ਜੇ ਉਹਦੇ ਉੱਪਰ ਆਪਾਂ ਕੋਈ ਸਕਰੈਚ ਪਾਉਂਦੇ ਪਏ ਆ, ਜਾਂ ਇੰਡੈਂਟ ਮਤਲਬ ਕੀ ਆ, ਉਹ ਕਿਸੇ ਕੋਈ ਪੁਆਇੰਟ ਲੋਡ ਪਾਉਂਦੇ ਪਏ ਆ, ਠੀਕ ਆ ਜੀ, ਜਾਂ ਵੀਅਰ ਉਹਨੂੰ ਮਟੀਰੀਅਲ ਦੇ ਉੱਪਰ ਕੁਛ ਆਪਾਂ ਫੋਰਸ ਅਪਲਾਈ ਕਰ ਰਹੇ ਹਾਂ, ਉਹ ਵੀਅਰ ਨੂੰ ਰਜਿਸਟ ਕਰਦਾ ਪਿਆ ਆ, ਠੀਕ ਆ। ਸੋ ਇੱਦਾਂ ਦੀਆਂ ਜਿਹੜੀਆਂ ਪੈਨੀਟ੍ਰੇਸ਼ਨ ਹੋ ਗਿਆ, ਜਿੱਦਾਂ ਕੋਈ ਪੈਨੀਟ੍ਰੇਸ਼ਨ ਆ, ਕੋਈ ਆਪਾਂ ਕੋਈ ਵੀ ਆਪਾਂ ਜਿੱਦਾਂ ਡਰਿਲ ਮਸ਼ੀਨ ਆ, ਡਰਿਲ ਬਿੱਟ ਆ, ਠੀਕ ਆ ਜੀ, ਉਹ ਪੈਨੀਟ੍ਰੇਟ ਕਰਦੇ ਪਏ ਵਾਲ ਦੇ ਵਿੱਚ, ਠੀਕ ਆ। ਸੋ ਇੱਦਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼, ਇੱਦਾਂ ਦੀਆਂ ਜਿਹੜੀਆਂ ਜਿਹੜੇ ਐਕਸ਼ਨਸ ਆ, ਜਿਹਨੂੰ ਉਹ ਕੀ ਕਰਦਾ ਪਿਆ, ਰਜਿਸਟ ਕਰਦਾ ਪਿਆ ਆ ਮਟੀਰੀਅਲ। ਜਿੰਨੀ ਜ਼ਿਆਦਾ ਇਹਨਾਂ ਐਕਸ਼ਨਸ ਨੂੰ ਰਜਿਸਟ ਕਰੂਗਾ, ਉਨਾ ਹੀ ਆਪਾਂ ਇਹ ਮੰਨਾਂਗੇ ਕਿ ਮਟੀਰੀਅਲ ਕੀ ਆ, ਸਾਡਾ ਹਾਰਡ ਮਟੀਰੀਅਲ, ਠੀਕ ਆ। ਅਤੇ ਈਜ਼ੀਲੀ ਜੇ ਆਪਾਂ ਜਿੱਦਾਂ ਹੁਣ ਪੈਨੀਟ੍ਰੇਸ਼ਨ ਦੀ ਗੱਲ ਹੀ ਕਰੀਏ, ਜੇ ਕੋਈ ਸਾਡੀ ਕੋਈ ਮਟੀਰੀਅਲ ਇੱਦਾਂ ਦਾ ਆ ਕਿ ਉਹਦੇ ਉੱਪਰ ਆਪਾਂ ਕੋਈ ਸ਼ਾਰਪ ਜਿਹਾ ਟੂਲ ਆ, ਉਹਦੇ ਉੱਪਰ ਆਪਾਂ ਉਹਨੂੰ ਇੰਪਰੈਸ਼ਨ ਪਾ ਰਹੇ ਹਾਂ, ਤਾਂ ਈਜ਼ੀਲੀ ਉਹ ਇੰਪਰੈਸ਼ਨ ਪੈ ਰਿਹਾ ਹੈ, ਤਾਂ ਇਟ ਮੀਨਸ ਕੀ ਆ, ਉਹਦੇ ਵਿੱਚ ਹਾਰਡਨੈਸ ਕੀ ਆ, ਘੱਟ ਆ, ਠੀਕ ਆ। ਸੋ ਜਿਹੜੀਆਂ ਇਹ ਚੀਜ਼ਾਂ ਨੂੰ, ਸਕਰੈਚਿੰਗ ਨੂੰ, ਵੇਅਰਿੰਗ ਨੂੰ, ਪੈਨੀਟ੍ਰੇਸ਼ਨ ਨੂੰ, ਇੰਡੈਂਟੇਸ਼ਨ ਨੂੰ, ਇਹਨਾਂ ਚੀਜ਼ਾਂ ਨੂੰ ਜਿਹੜਾ ਰਜਿਸਟ ਕਰੇਗਾ ਮਟੀਰੀਅਲ, ਜਿੰਨਾ ਜ਼ਿਆਦਾ ਰਜਿਸਟ ਕਰੂਗਾ, ਠੀਕ ਆ ਜੀ, ਇਹਨਾਂ ਐਕਸ਼ਨਸ ਨੂੰ, ਉਨਾ ਹੀ ਮਟੀਰੀਅਲ ਕੀ ਆ, ਹਾਰਡ ਮਟੀਰੀਅਲ, ਠੀਕ ਆ ਜੀ। ਸੋ ਇਹ ਕੁਝ ਕੁ ਚੀਜ਼ਾਂ ਸੀਗੀਆਂ ਜਿਹੜੀਆਂ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹੈਗੇ ਹਾਂ, ਠੀਕ ਆ। ਸੋ ਇਹ ਡੈਫੀਨੇਸ਼ਨਸ ਪੇਪਰ ਦੇ ਵਿੱਚ ਵੀ ਆ ਸਕਦੀਆਂ। ਨੈਕਸਟ ਇਜ਼ ਬਿਹੇਵੀਅਰ ਆਫ ਡਕਟਾਈਲ ਮਟੀਰੀਅਲ ਇਨ ਟੈਂਸਾਈਲ ਟੈਸਟ। ਵੈਸੇ ਤਾਂ ਆਪਾਂ ਪਿੱਛੇ ਪੜ੍ਹਿਆ ਹੀ ਆ, ਪਰ ਫਿਰ ਵੀ ਚਲੋ ਇਹਦੇ ਵਿੱਚ ਆਪਾਂ ਸ਼ੋਰਟਲੀ ਬਰੀਫਲੀ ਇਹਨੂੰ ਸਮਝਾ ਦਿੰਦਾ ਤੁਹਾਨੂੰ ਕੀ ਹੈਗਾ ਇਹਦੇ ਵਿੱਚ। ਸੋ ਸਟ੍ਰੈਸ ਸਟ੍ਰੇਨ ਕਰਵ ਆਪਾਂ ਜਨਰੇਟ ਇਹ ਕਿਸ ਤਰ੍ਹਾਂ ਕਰਨੀ ਆ। ਆਪਾਂ ਹੁਣ ਇਸ ਸਟਰੈਂਥ ਆਫ ਮਟੀਰੀਅਲ ਦੇ ਵਿੱਚ ਲੈਬ ਦੇ ਵਿੱਚ ਆਪਾਂ ਇੱਕ ਪ੍ਰੈਕਟੀਕਲ ਪਰਫੋਰਮ ਕਰਨਾ ਆ ਡਕਟਾਈਲ ਮਟੀਰੀਅਲ ਦੇ ਉੱਤੇ, ਠੀਕ ਆ ਜੀ। ਸਾਡੇ ਕੋਲ ਇੱਕ ਬਾਰ ਹੋਊਗੀ ਜਿਹਨੂੰ ਆਪਾਂ ਕਿ ਸਟਰੈਚ ਕਰਾਂਗੇ, ਠੀਕ ਆ, ਟੈਂਸਾਈਲ ਫੋਰਸ ਲਗਾਵਾਂਗੇ ਅਪ ਟੂ ਜਦ ਤੱਕ ਉਹ ਬ੍ਰੇਕ ਨਹੀਂ ਕਰ ਜਾਂਦਾ। ਅਤੇ ਉਸ ਦੌਰਾਨ ਸਾਨੂੰ ਕੋਲ ਸਟਰੈਸ ਅਤੇ ਸਟ੍ਰੇਨਸ ਉਸ ਬਾਰ ਦੇ ਵਿੱਚ ਸਾਨੂੰ ਮਿਲਣਗੀਆਂ। ਉਹ ਸਟਰੈਸ ਸਟ੍ਰੇਨ ਆਪਾਂ ਕਿੱਦਾਂ ਸ਼ੋਅ ਕਰਦੇ ਪਏ, ਇਹ ਕਰਵ ਦੇ ਨਾਲ ਇਹ ਸ਼ੋਅ ਕਰਦਾ ਪਿਆ ਕੀ ਬਿਹੇਵੀਅਰ ਆ ਉਹ ਟੈਂਸਾਈਲ ਟੈਸਟ ਦੇ ਵਿੱਚ, ਕੀ ਬਿਹੇਵੀਅਰ ਆ ਉਹ ਡਕਟਾਈਲ ਮਟੀਰੀਅਲ ਦਾ, ਠੀਕ ਆ। ਸਟੀਲ ਦਾ ਮਟੀਰੀਅਲ ਲਵਾਂਗੇ ਆਪਾਂ ਅਤੇ ਆਪਾਂ ਚੈੱਕ ਕਰਾਂਗੇ ਕੀ ਇਹਦਾ ਬਿਹੇਵੀਅਰ ਹੈਗਾ। ਸੋ ਆਹ ਜਿਹੜੀ ਕਰਵ ਆਉਂਦੀ ਵੀ ਹੈ, ਇਹ ਸਿਮਿਲਰ ਕਰਵ ਡਕਟਾਈਲ ਮਟੀਰੀਅਲ ਦੀ ਇਹ ਕਰਵ ਬਣੇਗੀ ਤੁਹਾਡੇ ਕੋਲ,
ਜਦੋਂ ਆਪਾਂ ਟੈਸਟ ਪਰਫਾਰਮ ਕਰਾਂਗੇ। ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਸਾਨੂੰ ਇਹ ਕਰਵ ਦੇ ਵਿੱਚ ਕੁਛ ਪੋਰਸ਼ਨਸ ਆ। ਠੀਕ ਆ ਜੀ। ਜਦੋਂ ਆਪਾਂ ਫੋਰਸ ਮਤਲਬ ਟੈਂਸਾਈਲ ਫੋਰਸ ਦਾ ਮਤਲਬ ਕਿ ਆਪਾਂ ਬਾਹਰ ਨੂੰ ਸਟਰੈਚ ਕਰਦੇ ਪਏ ਮਟੀਰੀਅਲ, ਸਿੰਪਲ ਜੀ ਗੱਲ ਆ। ਠੀਕ ਆ ਜੀ। ਅਤੇ ਇਸ ਪ੍ਰੋਸੈਸ ਦੇ ਦੌਰਾਨ ਕੀ ਉਹਦੇ ਉੱਪਰ ਇਫੈਕਟ ਪੈਦਾ ਹੋਇਆ। ਠੀਕ ਆ ਜੀ। ਉਹ ਚੀਜ਼ ਦੱਸਦਾ ਪਿਆ ਸਟ੍ਰੈਸ ਸਟ੍ਰੇਨ ਕਰਵ। ਠੀਕ ਆ। ਜਿੱਦਾਂ ਪਹਿਲੀ ਦੱਸਿਆ ਅਪ ਟੂ ਪੁਆਇੰਟ A ਕੀ ਆ, ਪ੍ਰੋਪੋਰਸ਼ਨੈਲਿਟੀ ਲਿਮਿਟ। ਪ੍ਰੋਪੋਰਸ਼ਨੈਲਿਟੀ ਲਿਮਿਟ ਕੀ ਹੈਗੀ ਹੈ, ਜਿੱਥੇ ਸਟ੍ਰੈਸ ਕੀ ਆ ਡਾਇਰੈਕਟਲੀ ਪ੍ਰੋਪੋਰਸ਼ਨ ਆ ਸਟ੍ਰੇਨ, ਜਿੱਥੇ ਹੁਕਸ ਲਾ ਨੇ ਗੱਲ ਕੀਤੀ ਆ। ਸਟ੍ਰੈਸ ਕੀ ਆ ਡਾਇਰੈਕਟਲੀ ਪ੍ਰੋਪੋਰਸ਼ਨ ਆ ਸਟ੍ਰੇਨ 'ਤੇ। ਠੀਕ ਆ ਜੀ। ਉੱਥੇ ਜਿੱਦਾਂ ਸਟ੍ਰੈਸ ਦੀ ਵੈਲਿਊ ਇਨਕਰੀਜ਼ ਹੁੰਦੀ ਆ ਉੱਦਾਂ ਸਟ੍ਰੈਸ ਦੀ ਵੈਲਿਊ ਦਾ ਮਤਲਬ ਕੀ ਆ, ਜਿੱਦਾਂ ਮੈਂ ਫੋਰਸ ਅਪਲਾਈ ਕਰਦਾ ਪਿਆ। ਠੀਕ ਆ ਜੀ। ਉਹ ਇਨਕਰੀਜ਼ ਹੁੰਦੀ ਪਈ ਆ ਜਿੱਦਾਂ ਦਾ ਫੋਰਸ ਅਪਲਾਈ ਕਰੀ ਜਾਂਦਾ ਆ। ਠੀਕ ਆ। ਚੇਂਜ ਕਰੀ ਜਾਂਦਾ ਫੋਰਸ ਜਿਹੜੀ ਅਪਲਾਈ ਕਰਦਾ ਪਿਆ ਉਹਨੂੰ ਵਧਾਈ ਜਾਂਦਾ ਪਿਆ। ਠੀਕ ਆ ਜੀ। ਸੋ ਜਿੱਦਾਂ ਦਾ ਫੋਰਸ ਅਪਲਾਈ ਜਿਹੜੀ ਜਿੱਦਾਂ ਮਤਲਬ ਮਟੀਰੀਅਲ ਨੂੰ ਸਟ੍ਰੈਚ ਕਰਦਾ ਪਿਆ, ਉਹ ਜੇ ਉਹ ਫੋਰਸ ਮੈਂ ਵਧਾਈ ਆ ਰਿਹਾ ਫਿਰ ਉਸ ਦੌਰਾਨ ਜਿਹੜੀ ਸਟ੍ਰੇਨਸ ਦੀ ਵੈਲਿਊ ਆ ਉਹ ਵੀ ਕੀ ਆ ਵੱਧਦੀਆਂ ਪਈਆਂ। ਉਸ ਮਟੀਰੀਅਲ ਦੇ ਅੰਦਰ ਜੋ ਸਟ੍ਰੇਨਸ ਆ ਰਹੀਆਂ ਆ ਉਹ ਵੀ ਕੀ ਹੋ ਰਹੀ ਹੈ, ਸਟ੍ਰੇਨਸ ਮਤਲਬ ਕੀ ਚੇਂਜ ਇਨ ਲੈਂਥ, ਉਹ ਜਿਹੜੀ ਆ ਉਹ ਵੀ ਕੀ ਆ ਇਨਕਰੀਜ਼ ਹੁੰਦੀ ਪਈ ਆ। ਠੀਕ ਆ ਜੀ। ਅਪ ਟੂ ਪੁਆਇੰਟ A ਤੱਕ। B ਪੁਆਇੰਟ ਤੱਕ ਕੀ ਆ ਕਿ ਜਿੰਨੀ ਉਹਦੇ ਵਿੱਚ ਉਹ ਸਟ੍ਰੈਚ ਹੋ ਰਿਹਾ ਆ, ਜੇ ਮੈਂ ਹੁਣ ਉੱਥੇ ਮਤਲਬ ਇੱਕ ਪੁਆਇੰਟ ਆਊਗਾ ਪੁਆਇੰਟ B। ਠੀਕ ਆ। ਇਲਾਸਟਿਕ ਲਿਮਿਟ ਪੁਆਇੰਟ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਸ ਪੁਆਇੰਟ 'ਤੇ ਕੀ ਆ, ਜੇ ਮੈਂ ਉਹ ਫੋਰਸ ਨੂੰ ਰਿਮੂਵ ਕਰ ਦਿੰਦਾ ਤਾਂ ਉਹ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਸਕਦਾ ਹੈ। ਠੀਕ ਆ। ਸੋ ਇਲਾਸਟਿਕ ਲਿਮਿਟ ਪੁਆਇੰਟ ਆ ਜਿੱਥੇ ਸਾਨੂੰ ਇਲਾਸਟਿਸਿਟੀ ਪ੍ਰੋਪਰਟੀ ਸਾਨੂੰ ਇਹ ਸ਼ੋਅ ਕਰੇਗਾ ਜਿਸ ਪੁਆਇੰਟ ਤੱਕ। ਠੀਕ ਆ। ਉਹ ਮਟੀਰੀਅਲ ਦਾ ਇਲਾਸਟਿਕ ਲਿਮਿਟ ਪੁਆਇੰਟ ਆ ਪੁਆਇੰਟ B। ਠੀਕ ਆ। ਅਤੇ ਇੱਥੇ ਆ ਕੇ ਕਰਵ ਕੀ ਹੈ ਥੋੜ੍ਹੀ ਜਿਹੀ ਕੀ ਹੋਈ ਹੈ ਬੈਂਡ ਹੋ ਜਾਂਦੀ ਹੈ। ਠੀਕ ਆ। ਪੁਆਇੰਟ B ਤੱਕ। ਫਿਰ ਉਸ ਤੋਂ ਬਾਅਦ ਕੀ ਆ ਪੁਆਇੰਟ B ਤੋਂ ਬਾਅਦ ਜਦੋਂ ਲਿਮਿਟ ਕਰੋਸ ਕਰ ਜਾਂਦੀ ਆ ਫਿਰ ਕੀ ਆ, ਇਹ ਬਹੁਤ ਹੀ ਵੈਸੇ ਤਾਂ ਜੇ ਗੱਲ ਕਰੀਏ ਸਟੀਲ ਦੀ ਗੱਲ ਕਰੀਏ ਪੁਆਇੰਟ A ਅਤੇ ਪੁਆਇੰਟ B ਸਾਨੂੰ ਪਤਾ ਨਹੀਂ ਲੱਗਣਾ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਮਟੀਰੀਅਲ ਨੂੰ ਆਪਾਂ ਸਟਰੈਚ ਕਰਦੇ ਹਾਂ, ਜਦੋਂ ਸਟੀਲ ਨੂੰ ਮੈਂ ਸਟਰੈਚ ਕਰੂੰਗਾ ਫਿਰ ਉਹ ਆਪਣੇ ਤੁਹਾਨੂੰ ਤਾਂ ਇੱਦਾਂ ਲੱਗੇਗਾ ਕਿ ਉਹ ਆਪਣੀ ਪੋਜੀਸ਼ਨ 'ਤੇ ਵਾਪਸ ਤਾਂ ਕਦੀ ਆਏਗਾ ਹੀ ਨਹੀਂ। ਠੀਕ ਆ ਜੀ। ਬਟ ਇਹ ਬਹੁਤ ਹੀ ਮਾਈਨਰ ਗੈਪ ਆ। ਠੀਕ ਆ ਜੀ। ਬਹੁਤ ਹੀ ਮਾਈਨਰ ਗੈਪ ਆ ਜਿੱਥੇ ਆਪਣੀ ਓਰੀਜਨਲ ਪੋਜੀਸ਼ਨ 'ਤੇ ਵਾਪਸ ਆ ਸਕਦਾ ਹੈ। ਠੀਕ ਆ ਜੀ। ਅਤੇ ਜਦੋਂ ਆਪਾਂ ਟੈਸਟ ਪਰਫੋਰਮ ਕਰਨਾ ਉਦੋਂ ਨਹੀਂ ਸਾਨੂੰ ਇਹ ਪਤਾ ਲੱਗਣਾ ਕਿ ਕੀ ਹੋ ਰਿਹਾ ਆ। ਠੀਕ ਹੈ ਨਾ। ਜਦੋਂ ਇਹ ਕੰਪਿਊਟਰ ਜਦੋਂ ਇਹ ਗ੍ਰਾਫ ਜਨਰੇਟ ਕਰੂਗਾ ਬਹੁਤ ਹੀ ਮਾਈਨਰ ਗੈਪ ਹੁੰਦਾ ਇਹਨਾਂ ਦੇ ਵਿੱਚ। ਠੀਕ ਆ। ਅਤੇ ਉਹ ਸਾਨੂੰ ਸ਼ੋਅ ਕਰੇਗਾ ਪੁਆਇੰਟ A ਅਤੇ ਪੁਆਇੰਟ B ਦੇ ਵਿੱਚ ਲਿਮਿਟ ਦੇ ਵਿੱਚ। ਠੀਕ ਆ। ਸੋ ਪੁਆਇੰਟ B ਜਿਹੜਾ ਹੈਗਾ ਇਹ ਹੈਗਾ ਪਲਾਸਟਿਕ ਜ਼ੋਨ, ਜਿਹਦੇ ਵਿੱਚ ਕੀ ਆ ਜਿਹੜਾ ਮਟੀਰੀਅਲ ਆ ਉਹ ਆਪਣੀ ਓਰੀਜਨਲ ਪੋਜੀਸ਼ਨ ਗੇਨ ਨਹੀਂ ਕਰ ਪਾਉਂਦਾ। ਠੀਕ ਆ ਜੀ। ਅਤੇ ਪੁਆਇੰਟ C ਕੀ ਸ਼ੋਅ ਕਰਦਾ ਵੀ ਯੀਲਡ ਪੁਆਇੰਟ ਸ਼ੋਅ ਕਰਦਾ ਵੀ ਯੀਲਡ ਪੁਆਇੰਟ ਕੀ ਆ। ਹੁਣ ਦੇਖੋ ਇੱਥੇ ਜਾ ਕੇ ਕੀ ਆ ਕਰਵ ਕੀ ਹੋ ਰਹੀ ਤੁਹਾਡੀ ਬੈਂਡ ਹੋ ਗਈ। ਬੈਂਡ ਹੋਣ ਦਾ ਮਤਲਬ ਕੀ ਆ ਕਿ ਜੇ ਮੇਰੀ ਸਟ੍ਰੈਸ ਇਸ ਤਰ੍ਹਾਂ ਸਟ੍ਰੈਸ ਉੱਪਰ ਨੂੰ ਆ, ਦੇਖੋ ਸਟ੍ਰੈਸ ਉੱਪਰ ਨੂੰ ਜਾ ਰਹੀ ਆ, ਉੱਪਰ ਨੂੰ ਇਹਦਾ ਕਰਵ ਹੁੰਦੀ ਨੀਚੇ ਨੂੰ ਆ ਰਹੀ ਆ। ਇਟ ਮੀਨਸ ਕੀ ਆ ਇਸ ਪੁਆਇੰਟ 'ਤੇ ਆ ਕੇ ਕੀ ਹੋਊਗਾ ਬਿਹੇਵੀਅਰ ਕੀ ਹੋਊਗਾ ਮਟੀਰੀਅਲ ਦਾ ਇਸ ਪੁਆਇੰਟ 'ਤੇ ਆ ਕੇ ਕਿ ਕੁਛ ਕੁ ਟਾਈਮ ਦੇ ਲਈ ਕੀ ਆ ਸਟ੍ਰੈਸ ਦੀ ਵੈਲਿਊ ਕੀ ਹੋ ਜਾਊਗੀ ਕੌਨਸਟੈਂਟ ਮਤਲਬ ਉੱਥੇ ਆ ਕੇ ਕੀ ਆ ਰੁਕ ਜਾਏਗਾ ਥੋੜ੍ਹਾ ਜਿਹਾ। ਕਰਵ ਦਾ ਮਤਲਬ ਕੀ ਆ ਇੱਥੇ ਕੀ ਆ ਕਰਵ ਦਾ ਮਤਲਬ ਕੀ ਆ ਇਹ ਜਿਹੜੀ ਸਟ੍ਰੈਸ ਦੀ ਵੈਲਿਊ ਆ ਨੀਚੇ ਨੂੰ ਆ ਰਹੀ ਆ। ਜੇ ਨੀਚੇ ਨੂੰ ਆ ਕੇ ਬੈਂਡ ਹੋ ਰਹੀ ਤਾਂ ਇਟ ਮੀਨਸ ਕੀ ਆ ਉਹ ਨੀਚੇ ਨੂੰ ਆ ਰਹੀ ਹੈ, ਮਤਲਬ ਕੀ ਆ ਉੱਥੇ ਆ ਕੇ ਕੀ ਆ ਥੋੜ੍ਹੇ ਟਾਈਮ ਦੇ ਲਈ ਸਟੋਪ ਹੋ ਜਾਏਗੀ। ਉਸ ਤੋਂ ਬਾਅਦ ਕੀ ਹੋਊਗਾ। ਠੀਕ ਆ। ਉਸ ਤੋਂ ਬਾਅਦ ਕੀ ਹੋਊਗਾ ਉਸ ਪੀਰੀਅਡ ਦੇ ਵਿੱਚ ਕੀ ਹੋਊਗਾ ਸਟ੍ਰੇਨਸ ਦੀ ਵੈਲਿਊ ਸਟ੍ਰੇਨ ਵੈਸੇ ਤਾਂ ਇੱਥੇ ਸ਼ੋਅ ਨਹੀਂ ਕੀਤਾ ਪ੍ਰੋਪਰ, ਜੋ ਜਿਹੜੀ ਕਰਵ ਹੈਗੀ ਆ ਉਹ ਇਸ ਤਰ੍ਹਾਂ ਹੁੰਦੀ ਆ। ਠੀਕ ਆ। ਨੀਚੇ ਆ ਕੇ ਫਿਰ ਥੋੜ੍ਹੀਆਂ ਸਟ੍ਰੇਨ ਹੁੰਦੀਆਂ ਫਿਰ ਇਸ ਤਰ੍ਹਾਂ ਇਨਕਰੀਜ਼ ਕਰਦੀਆਂ। ਮਤਲਬ ਮੈਂ ਯੀਲਡ ਪੁਆਇੰਟ ਨੂੰ ਜੇ ਐਕਸਪਲੇਨ ਕਰਾਂ ਇੱਥੇ ਆ ਕੇ ਕੀ ਹੋਊਗਾ ਕਿ ਜੋ ਸਟ੍ਰੈਸ ਦੀ ਵੈਲਿਊ ਹੈਗੀ ਆ ਠੀਕ ਆ ਜੀ ਉਹ ਚੇਂਜ ਨਹੀਂ ਹੋਊਗੀ, ਮਤਲਬ ਫਿਕਸ ਹੋ ਜੂਗੀ ਉੱਥੇ ਪੁਆਇੰਟ 'ਤੇ ਆ ਕੇ। ਅਤੇ ਜਿਹੜੀ ਸਟ੍ਰੈਸ ਦੀ ਵੈਲਿਊ ਫਿਕਸ ਹੋ ਜਾਏਗੀ ਅਤੇ ਸਟ੍ਰੇਨਸ ਉਹਦੇ ਵਿੱਚ ਇਨਕਰੀਜ਼ ਹੋਣੀਆਂ ਸਟਾਰਟ ਹੋ ਜਾਣਗੀਆਂ। ਜਿਹੜੀਆਂ ਸਟ੍ਰੇਨਸ ਆ ਉਹਦੇ ਵਿੱਚ ਇਨਕਰੀਜ਼ ਹੋਣੀਆਂ ਸਟਾਰਟ ਹੋ ਜੂਗੀਆਂ। ਠੀਕ ਆ। ਫਿਰ ਸਡਨ ਹੋਊਗਾ ਉਹ ਜਿਹੜੀਆਂ ਸਟ੍ਰੇਨਸ ਜਿਹੜੀਆਂ ਇਨਕਰੀਜ਼ ਮਤਲਬ ਜਿਹੜੀ ਉਹਦੀ ਲੈਂਥ ਆ ਜਿਹੜੀ ਇਨਕਰੀਜ਼ ਕਰਦੀ ਪਈ ਉਹ ਸਡਨਲੀ ਇਨਕਰੀਜ਼ ਕਰੇਗੀ ਇੱਕ ਪੁਆਇੰਟ 'ਤੇ ਆ ਕੇ। ਕੀ ਆ ਸਟ੍ਰੈਸ ਕੀ ਆ ਤੁਹਾਨੂੰ ਇੱਦਾਂ ਲੱਗੂਗਾ ਸਟ੍ਰੈਸ ਹੁਣ ਵੱਧ ਨਹੀਂ ਰਹੀ ਵੈਲਿਊ ਉੱਥੇ ਸਟੋਪ ਕਰ ਗਈ ਆ। ਠੀਕ ਆ। ਉਹ ਵੈਲਿਊ ਉਹ ਯੀਲਡ ਪੁਆਇੰਟ ਹੀ ਮੰਨ ਕੇ ਚੱਲੋ ਜਿੱਥੇ ਸਟੋਪ ਕਰ ਗਈ ਸਡਨ ਮਤਲਬ ਰੁਕ ਗਈ ਕੁਛ ਟਾਈਮ ਦੇ ਲਈ। ਉਸ ਟਾਈਮ ਦੇ ਵਿੱਚ ਕੀ ਹੋ ਰਿਹਾ ਜੋ ਸਟ੍ਰੇਨਸ ਆ ਉਹ ਸਡਨਲੀ ਇਨਕਰੀਜ਼ ਕਰਨਗੀਆਂ। ਮਤਲਬ ਕੀ ਆ ਜੋ ਉਹ ਪਾਰਟ ਆ ਉਹ ਬਾਰ ਆ ਉਹਦੀ ਜਿਹੜੀ ਲੈਂਥ ਆ ਉਹ ਸਡਨਲੀ ਇਨਕਰੀਜ਼ ਕਰੇਗੀ। ਜਦੋਂ ਸਡਨਲੀ ਇਨਕਰੀਜ਼ ਕਰੇਗੀ ਫਿਰ ਇੱਕਦਮ ਜਾ ਕੇ ਉਹਦਾ ਪੁਆਇੰਟ ਆਏਗਾ ਪੁਆਇੰਟ
ਪੁਆਇੰਟ ਡੀ ਕੀ ਹੋਊਗਾ, ਪੁਆਇੰਟ ਡੀ ਤੇ ਕੀ ਹੋਊਗਾ, ਉਹ ਬਾਰ ਆ, ਬਾਰ ਜਿਹੜਾ ਕੀ ਆ ਰਾਊਂਡ ਸੈਕਸ਼ਨ ਆ, ਉਹਦੇ ਵਿੱਚ ਕੀ ਆ ਇੱਕ ਨੈਕ ਬਣਨਾ ਸ਼ੁਰੂ ਹੋ ਜਾਊਗਾ। ਨੈਕ ਕੀ ਆ ਇਸ ਤਰ੍ਹਾਂ, ਜਿੱਦਾਂ ਹੁਣ ਆ ਬਾਰ ਲੈਂਥ ਆ, ਜਿੱਦਾਂ ਮੈਂ ਐਕਸਪਲੇਨ ਕਰਦਾ, ਆ ਬਾਰ ਆ, ਠੀਕ ਆ, ਉਹਦੇ ਵਿੱਚ ਕੀ ਆ ਇੱਕ ਇੱਦਾਂ ਨੈਕ ਬਣਨਾ ਸਟਾਰਟ ਹੋ ਜਾਊਗਾ, ਠੀਕ ਆ, ਅੱਗੇ ਜਾ ਕੇ ਇੱਦਾਂ ਨੈਕ ਬਣਨਾ ਸਟਾਰਟ ਹੋ ਜਾਊਗਾ। ਉਹ ਨੈਕ ਕੀ ਸ਼ੋ ਕਰਦਾ ਪਿਆ ਆ, ਨੈਕ, ਠੀਕ ਹੈ ਜੀ, ਇਸ ਤਰ੍ਹਾਂ ਬਣੇਗਾ। ਉਹ ਨੈਕ ਕੀ ਸ਼ੋ ਕਰਦਾ ਪਿਆ ਕਿ ਜੋ ਉਹਦਾ ਡਾਇਮੀਟਰ ਹੈਗਾ ਆ, ਬਾਰ ਦਾ ਜੋ ਡਾਇਮੀਟਰ ਹੈਗਾ ਆ, ਠੀਕ ਆ ਜੀ, ਉਹ ਡਾਇਮੀਟਰ ਕੀ ਰਿਡਿਊਸ ਹੋਣਾ ਸ਼ੁਰੂ ਹੋ ਗਿਆ। ਅਫਕੋਰਸ ਜੇ ਕਿਸੇ ਚੀਜ਼ ਨੂੰ ਮਟੀਰੀਅਲ ਨੂੰ ਆਪਾਂ ਸਟ੍ਰੈਚ ਕਰਾਂਗੇ ਤਾਂ ਉਹਦਾ ਡਾਇਮੀਟਰ ਘਟੂਗਾ ਵੀ ਨਾ, ਠੀਕ ਆ। ਉਹ ਨੈਕ ਇਹੀ ਦੱਸੂਗਾ, ਨੈਕ ਪੁਆਇੰਟ ਇਹੀ ਦੱਸੂਗਾ ਕਿ ਉਹਦਾ ਡਾਇਮੀਟਰ ਘਟਣਾ ਸ਼ੁਰੂ ਹੋ ਗਿਆ। ਜੋ ਡਾਇਮੀਟਰ ਘਟਣਾ ਸ਼ੁਰੂ ਹੋ ਗਿਆ ਤਾਂ ਇਟ ਮੀਨਸ ਕੀ ਆ, ਉਹ ਫ੍ਰੈਕਚਰ ਵੱਲ ਨੂੰ ਵੱਧ ਰਿਹਾ, ਉਹ ਟੁੱਟਣ ਵੱਲ ਨੂੰ ਵੱਧ ਰਿਹਾ, ਠੀਕ ਆ ਜੀ। ਸੋ ਉਹ ਜਿਹੜਾ ਜਿੱਥੇ ਨੈਕ ਬਣਨੀ ਸਟਾਰਟ ਹੋਈ ਆ, ਉਹ ਪੁਆਇੰਟ ਕੀ ਹੈ ਤੁਹਾਡਾ ਡੀ ਪੁਆਇੰਟ। ਡੀ ਪੁਆਇੰਟ ਕੀ ਹੈ, ਮੈਕਸਿਮਮ ਸਟ੍ਰੈਸ ਪੁਆਇੰਟ, ਮਤਲਬ ਅਲਟੀਮੇਟ ਸਟ੍ਰੈਸ ਪੁਆਇੰਟ। ਅਲਟੀਮੇਟ ਸਟ੍ਰੈਸ ਪੁਆਇੰਟ ਕੀ ਆ, ਮੈਕਸਿਮਮ ਸਟ੍ਰੈਸ ਪੁਆਇੰਟ ਕੀ ਹੈ, ਜਿੱਥੇ ਜਾ ਕੇ ਉਹ ਮੈਕਸਿਮਮ ਫੋਰਸ ਨੂੰ ਬੀਅਰ ਕਰ ਸਕਦਾ ਹੈ, ਮੈਕਸਿਮਮ ਫੋਰਸ ਨੂੰ ਉਹ ਬੀਅਰ ਕਰ ਸਕਦਾ ਹੈ। ਤਾਂ ਉਸ ਤੋਂ ਬਾਅਦ ਕੀ ਹੋਣਾ ਹੈ, ਉਸ ਤੋਂ ਬਾਅਦ ਕੀ ਹੈ, ਦੇਖੋ ਸਟ੍ਰੈਸ ਘਟਣੀ ਸ਼ੁਰੂ ਹੋ ਗਈ, ਸਟ੍ਰੈਸ ਕੀ ਹੋ ਗਿਆ, ਘਟਣੀ ਸ਼ੁਰੂ ਹੋ ਗਈ, ਠੀਕ ਆ। ਸਡਨਲੀ ਕੀ ਹੋ ਗਿਆ ਸੀਗਾ, ਪਿੱਛੇ ਸਟ੍ਰੇਨ ਵਧਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਸਟ੍ਰੇਨ ਵੱਧਦੇ ਜਿੱਥੇ ਇੱਕਦਮ ਸਟ੍ਰੈਸ ਪਹਿਲਾਂ ਸਟੋਪ ਹੋ ਗਈ, ਫਿਰ ਸਟ੍ਰੇਨ ਵਧਣੀਆਂ ਸ਼ੁਰੂ ਹੋ ਗਈਆਂ, ਫਿਰ ਸਡਨਲੀ ਜੋ ਸਟ੍ਰੇਨ ਵੱਧਦੇ ਉਹਦੇ ਵਿੱਚ ਕੀ ਹੈ, ਸਟ੍ਰੈਸ ਨੇ ਫਿਰ ਵੈਲਿਊ ਨੂੰ ਰਿਗੇਨ ਕੀਤਾ, ਠੀਕ ਆ ਜੀ, ਉਹਨੇ ਫਿਰ ਵਧਣਾ ਸ਼ੁਰੂ ਕਰ ਦਿੱਤਾ। ਫਿਰ ਅੱਗੇ ਜਾ ਕੇ ਉਹ ਜਿਹੜੀ ਪੁਆਇੰਟ ਡੀ ਤੱਕ ਜਿਹੜੀ ਸਟ੍ਰੈਸ ਦੀ ਵੈਲਿਊ ਦਿੰਦਾ ਪਿਆ, ਉਹ ਕੀ ਅਲਟੀਮੇਟ ਸਟ੍ਰੈਸ, ਮਤਲਬ ਮੈਕਸਿਮਮ ਸਟ੍ਰੈਸ ਕਿੱਥੇ ਤੱਕ ਉਹ ਬੀਅਰ ਕਰ ਸਕਦਾ ਆ, ਆਹ ਵਾਲਾ ਪੁਆਇੰਟ, ਮੈਕਸਿਮਮ ਸਟ੍ਰੈਸ ਉਹ ਕਿੱਥੇ ਤੱਕ ਬੀਅਰ ਕਰ ਸਕਦਾ, ਉਹ ਵਾਲਾ ਪੁਆਇੰਟ ਇੱਥੇ ਸ਼ੋ ਕਰਦਾ ਪਿਆ, ਠੀਕ ਆ ਜੀ। ਫਿਰ ਉਸ ਤੋਂ ਬਾਅਦ ਕੀ ਆ, ਨੈਕ ਬਣਨਾ ਸਟਾਰਟ ਹੋ ਗਿਆ, ਡੀ 'ਤੇ ਆ ਕੇ ਨੈਕ ਬਣਨਾ ਸਟਾਰਟ ਹੋ ਗਿਆ। ਨੈਕ ਬਣਦੇ ਕੀ ਆ, ਫਿਰ ਉਹ ਕੀ ਆ, ਡਾਇਮੀਟਰ ਛੋਟਾ ਹੁੰਦਾ ਗਿਆ, ਤਾਂ ਉਹਦੇ ਵਿੱਚ ਕੀ ਆ, ਵੀਕਨੈਸ ਆਉਣੀ ਸ਼ੁਰੂ ਹੋ ਗਈ, ਸਟ੍ਰੈਸ ਘਟਣੀ ਸ਼ੁਰੂ ਹੋ ਗਈ, ਨੀਚੇ ਨੂੰ ਡਰੋਪ ਕਰ ਗਿਆ। ਦੇਖੋ ਹੁਣ ਨੀਚੇ ਨੂੰ ਡਰੋਪ ਕਰਦਾ ਪਿਆ ਹੈ, ਨੀਚੇ ਨੂੰ ਡਰੋਪ ਕਰਨ ਦਾ ਮਤਲਬ ਕੀ ਆ, ਸਟ੍ਰੈਸ ਘਟਣੀ ਸ਼ੁਰੂ ਹੋ ਗਈ। ਸਟ੍ਰੈਸ ਘਟਦੇ ਉਹਦੇ ਵਿੱਚ ਕੀ ਆ, ਜੋ ਉਹਦਾ ਡਾਇਮੀਟਰ ਆ ਉਹ ਬ੍ਰੇਕ ਕਰ ਗਿਆ ਨੈਕ ਬਣਨ ਤੋਂ ਬਾਅਦ, ਠੀਕ ਆ। ਸੋ ਉਹ ਕੀ ਆ, ਐਫ ਈ ਪੁਆਇੰਟ ਕੀ ਆ, ਬ੍ਰੇਕਿੰਗ ਪੁਆਇੰਟ, ਉਹ ਫ੍ਰੈਕਚਰ ਪੁਆਇੰਟ, ਠੀਕ ਆ ਜੀ। ਸੋ ਇਸ ਤਰੀਕੇ ਨਾਲ ਸਟ੍ਰੈਸ ਸਟਰਨ ਕਰਵ ਬਣੀ ਸੀਗੀ ਡਕਟਾਈਲ ਮਟੀਰੀਅਲ ਦੇ ਵਿੱਚ, ਠੀਕ ਆ ਜੀ। ਸੋ ਬਾਕੀ ਆਪਾਂ ਨੈਕਸਟ ਟਾਈਮ ਕਰਾਂਗੇ।